इन्हीं की कृपा के सजे हम हैं। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ 84 ਦਰਵਾਜ਼ਿਆਂ ਵਾਲੇ ਕਿਲੇ ਦਾ ਅਲੰਕਾਰ। ਇੱਕ ਕਿਲਾ ਸੀ, ਉਸ ਦੇ 84 ਦਰਵਾਜ਼ੇ ਸਨ। ਕੇਵਲ ਇੱਕ ਦਰਵਾਜ਼ਾ ਹੀ ਖੁੱਲ੍ਹਾ ਸੀ, ਬਾਕੀ ਸਾਰੇ ਬੰਦ ਸਨ। ਉਸ ਖੁੱਲ੍ਹੇ ਦਰਵਾਜ਼ੇ 'ਤੇ ਸ਼ਹਿਦ ਦੀਆਂ ਮੱਖੀਆਂ ਦੀ ਮਖਿਆਲ ਲੱਗੀ ਸੀ। ਇਸ ਕਿਲੇ ਅੰਦਰ ਇੱਕ ਅੰਨਾ ਟੁੰਡਾ ਤੇ ਗੰਜਾ ਆਦਮੀ ਪ੍ਰਵੇਸ਼ ਹੋ ਗਿਆ। ਵਿਚਾਰੇ ਨੇ ਬੜੀ ਕੂਕ ਪੁਕਾਰ ਕੀਤੀ ਕਿ ਕੋਈ ਰਾਹ ਦੱਸੇ। ਕਿਸੇ ਕਿਹਾ, ਜਿਹੜਾ ਹੱਥ ਸਾਬਤ ਹੈ ਇਸ ਦੇ ਨਾਲ ਕੰਧ ਨੂੰ ਨਾਲ ਟੋਹੀ ਚੱਲ, ਜਿੱਥੇ ਦਰਵਾਜ਼ਾ ਆਵੇਗਾ ਉੱਥੋਂ ਨਿਕਲ ਜਾਵੀਂ। ਜਦੋਂ ਦਰਵਾਜ਼ਾ ਆ ਗਿਆ ਤਾਂ ਟੁੰਡਾ ਮਖਿਆਲ ਵਿੱਚ ਜਾ ਵੱਜਾ ਤੇ ਮੱਖੀਆਂ ਉੱਡਣ ਲੱਗ ਪਈਆਂ। ਦੁਖੀ ਹੋ ਕੇ ਛੇਤੀ ਅੱਗੇ ਤੁਰ ਕੇ ਖੁੱਲ੍ਹਾ ਦਰਵਾਜ਼ਾ ਲੰਘ ਗਿਆ। ਵਿਚਾਰਾ ਫੇਰ ਉਸੇ ਚੱਕਰ ਵਿੱਚ ਪੈ ਗਿਆ। ਇਸੇ ਤਰ੍ਹਾਂ ਸੰਸਾਰ ਕਿਲਾ ਹੈ। 84 ਲੱਖ ਜੂਨਾਂ, 84 ਦਰਵਾਜ਼ੇ ਹਨ ਜੋ ਕਿ ਬੰਦ ਹਨ। ਜੈਸੇ ਚਾਰ ਭਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂਡ ਲੁਕਈ ਹੈ। ਕੇਵਲ ਇੱਕੋ ਮਨੁੱਖ, ਜਨਮ ਬੂਹਾ ਖੁੱਲ੍ਹਾ ਹੈ। ਕੇਵਲ ਇੱਕੋ ਮਨੁੱਖਾ ਜਨਮ ਬੂਹਾ ਖੁੱਲ੍ਹਾ ਹੈ। ਇਸ ਵਿੱਚ ਵਿਚਾਰ ਵਿਵੇਕ ਨੇਤਰਾਂ ਤੋਂ ਬਿਨਾਂ ਹੋਣ ਕਰਕੇ ਜੀਵ ਅੰਨਾ ਹੈ। ਸ਼ੁਭ ਗੁਣਾ ਰਹਿਤ ਨਿਸ਼ਰਦਕ ਪੁਣਾ ਗੰਜਾਪਨ ਹੈ ਅਤੇ ਪ੍ਰੇਮ ਰੂਪ ਹੱਥਾਂ ਬਿਨਾਂ ਟੁੰਡਾ ਹੈ। ਮਾਇਆ ਰੂਪੀ ਮੱਖੀ ਹੈ। ਜੈਸੇ ਮਾਖੀ ਰਾਮ ਕੀ ਤੂੰ ਮਾਖੀ, ਜਹ ਦੁਰਗੰਧ ਤਹਾ ਤੂੰ ਵੈਸੇ ਮਹਾਂ ਵਿਖਿਆ ਮਦ ਚਾਖੀ। ਇਉਂ ਜਦੋਂ ਮਨੁੱਖ ਜਨਮ ਦਰਵਾਜ਼ਾ ਆਇਆ ਤਾਂ ਵਿਸ਼ੇ ਸੁਖ ਰੂਪ ਮਖਿਆਲ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਫੁਰਨ ਰੂਪ ਡੰਗ ਹਨ। ਜਦ ਇੱਛਾ ਰੂਪ ਖੁਰਕ ਹੋਈ ਤਾਂ ਇਸੇ ਇੱਛਾ ਵਿੱਚ ਇਹ ਮਨੁੱਖਾ ਜਨਮ ਰੂਪੀ ਦਰਵਾਜ਼ਾ ਲੰਘਾ ਦਿੱਤਾ। ਦੁਬਾਰਾ ਫੇਰ 84 ਦੇ ਗੇੜੇ ਵਿੱਚ ਪੈ ਗਿਆ। ਭਾਉ ਭਗਤੀ, ਸਿਮਰਨ ਭਜਨ, ਕਥਾ ਕੀਰਤਨ, ਧਰਮ ਦੇ ਕਿਰਤ, ਵੰਡ ਕੇ ਛਕਣਾ, ਸੰਗਤਾਂ ਦੀ ਸੇਵਾ ਆਦਿਕ ਨੇਕ ਕਰਮ ਕਰੀਏ, ਜਿਸ ਕਰਕੇ 84 ਲੱਖ ਜੂਨਾਂ ਦੇ ਚੱਕਰ ਵਿੱਚ ਨਾ ਪਈਏ। ਅਗਲਾ ਪ੍ਰਸੰਗ ਹੈ ਨਾਵੇਂ ਜਾਂ ਨਾਏ ਅੱਖਰ ਦਾ ਅਲੰਕਾਰ। ਸਤਿਗੁਰੂ ਜੀ ਨੇ 10 ਹੀ ਸਰੂਪਾਂ ਵਿੱਚ ਉਪਦੇਸ਼ ਦੇ ਕੇ ਇੱਕ ਵਾਹਿਗੁਰੂ ਅਕਾਲ ਪੁਰਖ ਦੀ ਉਪਾਸਨਾ ਦ੍ਰਿੜ ਕਰਾਈ। ਆਰੰਭ ਹੀ ਇੱਕ ਤੋਂ ਕੀਤਾ ਹੈ, ਅਥਵਾ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਜੋ ਸਦਾ ਇੱਕ ਰਸ ਹੈ, ਘਟਣ ਵਧਣ ਤੇ ਬਦਲਣ ਵਾਲਾ ਨਹੀਂ, ਜਾਗਦੀ ਜੋਤ ਰੂਪ ਹੈ। ਅਥਵਾ ਜਿਮੀ ਜਮਾ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਜਿਸ ਨੂੰ ਸ਼ਸਤਰ ਕੱਟ ਨਹੀਂ ਸਕਦਾ, ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਹਵਾ ਉਡਾ ਨਹੀਂ ਸਕਦੀ, ਸਦਾ ਇੱਕ ਰਸ ਹੈ। ਯਥਾ ਨਾਇਆ ਅੱਖਰ ਆਪਣਾ ਗੁਣ ਨਹੀਂ ਤਿਆਗਦਾ ਤੇ ਸਦਾ ਨਾਵਾਂ ਅੱਖਰ ਹੀ ਰਹਿੰਦਾ ਹੈ। ਜਿਵੇਂ ਦੇਖੀਏ, ਇੱਕ ਨੂੰ ਜੇ 9 ਨਾਲ ਗੁਣਾ ਕਰੀਏ ਤੇ 9 ਬਣਦਾ ਹੈ, ਪਰ 9 ਦੇ ਵਿੱਚ ਜੇ
ਜ਼ੀਰੋ ਨੂੰ ਜੋੜੀਏ ਫਿਰ ਵੀ 9 ਹੀ ਰਹਿੰਦਾ ਹੈ। 2 ਨੂੰ 9 ਨਾਲ ਗੁਣਾ ਕਰੀਏ ਤੇ 18 ਬਣਦਾ ਹੈ। 18 ਦੇ ਦੋਵੇਂ ਅੱਖਰ 1 ਤੇ 8 ਜੇ ਜਮ੍ਹਾਂ ਕਰੀਏ ਫਿਰ ਵੀ 9 ਹੀ ਬਣੇਗਾ। 3 ਨੂੰ ਜੇ 9 ਨਾਲ ਗੁਣਾ ਕਰੀਏ 27 ਬਣੇਗਾ। 27 ਦੇ ਦੋਵੇਂ ਅੱਖਰ 2 ਤੇ 7 ਇਹਨਾਂ ਨੂੰ ਆਪਸ ਵਿੱਚ ਜੋੜ ਕਰੀਏ 9 ਹੀ ਬਣੇਗਾ। ਇਸੇ ਤਰ੍ਹਾਂ 36 45 54 63 72 81 ਤੇ 90 ਵਿੱਚ ਸਾਰੇ ਹਿੰਦਸਿਆਂ ਦਾ ਜੋੜ 9 ਦੇ ਬਰਾਬਰ ਹੀ ਹੁੰਦਾ ਹੈ। ਇਸੇ ਤਰ੍ਹਾਂ ਆਤਮਾ ਜੋ ਸਦਾ ਇੱਕ ਰਸ ਹੈ, ਜੰਮਣ ਮਰਨ ਤੋਂ ਰਹਿਤ ਹੈ, ਸਰਬ ਵਿਆਪਕ ਹੈ, ਉਸੇ ਇੱਕ ਨੂੰ ਹੀ ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੇ ਕਉ ਨਾਹੀ ਭਉ ਕੋਏ। ਉਸ ਇੱਕ ਦੀ ਉਪਾਸਨਾ ਕਰਕੇ ਉਸ ਵਿੱਚ ਅੰਤ ਨੂੰ ਭੇਦ ਹੋ ਕੇ ਜਨਮ ਮਰਨ ਤੋਂ ਰਹਿਤ ਹੋਈਏ। ਹੁਣ ਅਗਲਾ ਅਲੰਕਾਰ ਹੈ ਰਸਾਇਣ ਮਾਰਨ ਦਾ ਅਲੰਕਾਰ ਕਵਿਤਾ ਰੂਪ ਵਿੱਚ। ਪਾਰਾ ਪ੍ਰੇਮ ਦਾ ਗੁਰ ਭਗਤ ਦੀ ਹੋਏ ਗੰਧਕ, ਸਿੰਘ ਰਫ ਸਤ ਬਚਨ ਦਾ ਪਾ ਲੈਣਾ, ਮਿੱਠਾ ਤੇਲੀਆ ਮਿੱਠੜੇ ਬੋਲਣੇ ਦਾ, ਠੇਕੇ ਗੁਰਾਂ ਦੇ ਵਿੱਚੋਂ ਮੰਗਾ ਲੈਣਾ, ਖੀਮਾ ਪਾਣੀ ਕੁਆਰ ਦਾ ਪਾਏ ਰਗੜੋ, ਬ੍ਰਹਮ ਗਿਆਨ ਦੀ ਅਗਨ ਜਲਾਏ ਲੈਣਾ, ਵੱਟਾ ਸਬਰ ਦਾ ਖਰਲ ਸਤ ਸੰਗ ਵਾਲਾ, ਰਗੜਾ ਸਵਾਸਾਂ ਦੇ ਨਾਲ ਲਗਾ ਲੈਣਾ, ਵੱਟਾ ਸਬਰ ਦਾ ਖਰਲ ਸਤ ਸੰਗਤ ਵਾਲਾ, ਰਗੜਾ ਸਵਾਸਾਂ ਦੇ ਨਾਲ ਲਗਾ ਲੈਣਾ, ਟਿੱਕੀ ਬੰਨ ਚਿੱਤ ਦੀ ਕੋਜੀ ਵਿੱਚ ਧਰ ਕੇ ਉੱਤੇ ਚੁੱਪ ਦਾ ਚੱਪਣ ਟਿਕਾ ਲੈਣਾ, ਮਿੱਟੀ ਮਨ ਦੀ ਲਾ ਕੇ ਕਰੋ ਸੰਪਟ, ਦੇ ਕੇ ਸ਼ਰਧਾ ਦੀ ਪੁੱਠ ਦਬਾ ਲੈਣਾ, ਸਤ ਸੰਤੋਖ ਸਤ ਸੰਗਤ ਵਿਚਾਰ ਚਾਰੇ, ਜਾਤੀ ਅਭਿਮਾਨ ਕੁੱਟ ਛਣਾ ਲੈਣਾ, ਦਸਾਂ ਗੁਰਾਂ ਦਾ ਪਵਿੱਤਰ ਉਪਦੇਸ਼ ਲੈ ਕੇ ਵਜਣ ਤਕੜੇ ਨਾਲ ਤੁਲਾ ਲੈਣਾ, ਸੁੱਤੇ ਉੱਠ ਕੇ ਮੋਹ ਦੀ ਨੀਂਦ ਵਿੱਚੋਂ ਤੇਲਾ ਇੱਕ ਦਵਾਈ ਦਾ ਖਾ ਲੈਣਾ, ਲਾਲ ਮਿਰਚ ਨਹੀਂ ਹੰਗਤਾ ਮੂਲ ਖਾਣੀ, ਖੱਟਾ ਨੀਂਦਾ ਦੇ ਵੱਲੋਂ ਬਚਾ ਲੈਣਾ, ਤੇਲ ਤਮਾਂ ਦਾ ਭੁੱਲ ਕੇ ਵਰਤਣਾ ਨਹੀਂ, ਸੌਣਾ ਜਾਗਣਾ ਖੂਬ ਟਿਕਾ ਲੈਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ, ਇਹਨਾਂ ਲੂਣਾ ਤੋਂ ਚਿੱਤ ਹਟਾ ਲੈਣਾ, ਗੁਰ ਫੁਰਮਾਨ ਤੇ ਤਰਕ ਨਹੀਂ ਮੂਲ ਕਰਨੀ, ਚਿੱਤ ਵਿਸ਼ਿਆਂ ਵੱਲੋਂ ਹਟਾ ਲੈਣਾ, ਸੇਵੋ ਨਿਤ ਪਿਆਰੇ ਇਸ ਔਸ਼ਧੀ ਨੂੰ, ਰੋਗ ਆਪ ਦਾ ਦੂਰ ਕਰਾ ਲੈਣਾ, ਜਿੰਨੇ ਪਿੱਛੇ ਆਖੇ ਰੋਗ ਦੂਰ ਹੁੰਦੇ, ਇਸ ਪੱਥ ਨੂੰ ਚਿੱਤ ਵਸਾ ਲੈਣਾ, ਰੋਗ ਫੇਰ ਨਾ ਕੋਈ ਨਜ਼ੀਕ ਆਵੇ, ਇਹ ਗੁਰਾਂ ਦਾ ਕਹਿਆ ਅਜਮਾ ਲੈਣਾ। ਅਗਲਾ ਪ੍ਰਸੰਗ ਹੈ ਗਿਆਨ ਰੂਪੀ ਬ੍ਰਿਛ ਦਾ ਅਲੰਕਾਰ। ਨਿਮਰਤਾ ਸਹਿਤ ਮਨ ਧਰਤੀ ਦੀ ਨਿਆਈ ਹੈ, ਪ੍ਰੇਮ ਰੂਪੀ ਬੀਜ ਤੇ ਧਰਮ ਰੂਪ ਅੰਕੁਰ ਹੈ, ਜਿਹੜਾ ਨਿਤਨੇਮ ਹੈ ਇਹ ਵਧਣਾ ਹੈ, ਭਗਤੀ ਰੂਪ ਛਿੱਲ ਹੈ, ਦਇਆ ਮੁੱਢ ਹੈ, ਸਮਦ੍ਰਿਸ਼ਟੀ ਰੂਪ ਚਾਹੋਂ ਤਰਫ ਆਡਾ ਹਨ, ਭਾਵ ਖਾਈ ਹੈ, ਸਤ ਪ੍ਰਤੱਗੀ ਦਾ ਸੱਚ ਬੋਲਣ ਰੂਪ ਪਾਣੀ, ਅਤੇ ਸਰੀਰ ਦੀ ਪਵਿੱਤਰਤਾ ਵਾ ਮਨ ਨੂੰ ਵਿਸ਼ਿਆਂ ਵੱਲੋਂ ਪਵਿੱਤਰ ਰੱਖਣਾ, ਇਹ ਪਾਣੀ ਪਾ ਕੇ ਸਿੰਜਣਾ ਹੈ, ਧੀਰਜ ਰਖਵਾਲੀ ਹੈ, ਏਕਾਂਤ ਦੇਸ਼ ਵਿੱਚ ਵਿਸ਼ੇ ਪ੍ਰਾਪਤੀ ਤੋਂ ਮਨ ਵਿਕਾਰੀ ਨਾ ਹੋਣਾ, ਇਹ ਰਾਖਾ ਹੈ, ਨਿਸ਼ਕਾਮ ਕਰਮਾਂ ਰੂਪੀ ਪੱਤਰੇ ਅਤੇ ਕਰੋਂਬਲਾ ਹਨ, ਸ਼੍ਰੇਸ਼ਟ ਬੁੱਧੀ
ਸ਼ਾਖਾਂ ਵੱਧ ਰਹੀਆਂ ਹਨ। ਪਰਮੇਸ਼ਰ ਦਾ ਨਾਮ ਰੂਪ ਫੁੱਲ ਹਨ। ਆਪਣੇ ਸਰੂਪ ਦੀ ਪਛਾਣ ਰੂਪ ਫਲ ਸੁਖ ਰੂਪੀ ਰਸ ਪੂਰਨ ਹੈ। ਮੌਤ ਰੂਪੀ ਧੁੱਪ ਨਹੀਂ, ਸਗੋਂ ਮੁਕਤੀ ਰੂਪੀ ਛਾਂ ਪ੍ਰਾਪਤ ਹੁੰਦੀ ਹੈ ਤੇ ਇੱਕ ਰਸ ਰਹਿੰਦੀ ਹੈ। ਸਤ ਸੰਗਤ ਰੂਪ ਵਾੜ ਹੈ, ਜਿਸ ਕਰਕੇ ਕਾਮ ਕ੍ਰੋਧ ਆਦ ਪਸ਼ੂ ਸ਼ੁਭ ਗੁਣਾਂ ਨੂੰ ਨਾ ਚਰ ਜਾਣਾ। ਇਹ ਗੁਣ ਸੰਤ ਮਹਾਂਪੁਰਖ ਪੰਛੀ ਸਦਾ ਧਾਰਦੇ ਹਨ ਤੇ ਆਪ ਉਪਕਾਰ ਕਰਕੇ ਹੋਰਨਾਂ ਨੂੰ ਵੀ ਦਿੰਦੇ ਹਨ। ਆਪਾਂ ਵੀ ਸਦਾ ਇਸ ਨੂੰ ਆਪਣੇ ਹਿਰਦੇ ਰੂਪ ਵਿਹੜੇ ਵਿੱਚ ਲਾਈਏ। ਅਗਲਾ ਪ੍ਰਸੰਗ ਹੈ ਰਾਮਾਇਣ ਦਾ ਅਲੰਕਾਰ। ਸਰੀਰ ਰੂਪੀ ਬ੍ਰਹਮੰਡ ਵਿੱਚ ਮੋਹ ਰੂਪੀ ਰਾਵਣ, ਹੰਕਾਰ ਰੂਪ ਕੁੰਭਕਰਨ, ਕਾਮ ਰੂਪ ਮੇਘਨਾਥ ਹੈ। ਕ੍ਰੋਧ ਰੂਪ ਰਾਵਣ ਦਾ ਪੁੱਤਰ ਦੇਵਾਂਤਕ ਦੇ ਗਰਭ ਨਿਰਾਂਤਕ ਹੈ। ਕ੍ਰੋਧ ਰੂਪ ਰਾਵਣ ਦਾ ਪੁੱਤਰ ਦੇਵਾਂਤਕ ਦੇ ਗਰਭ ਨਿਰਾਂਤਕ ਹੈ। ਈਰਖਾ ਅਸਤ ਆਲਸ ਵਿਖੇਪ ਮਗਰੂਰੀ ਮਹੋਦਰ ਤੇ ਅਕਾਏ ਹਨ। ਮੰਦ ਵਾਸ਼ਨਾ ਜਾਂ ਚੰਚਲਤਾ ਸਰੂਪ ਨਖਾ ਹੈ। ਈਰਖਾ ਹਿੰਸਾ ਤੇ ਅਸ਼ਰਧਾ ਇਹ ਰਾਣੀਆਂ ਹਨ। ਜੀਵ ਭੁਪੀਖਣ ਹੈ। ਮਰੀਚ ਦੈਂਤ ਜੋ ਹਰਨ ਬਣਿਆ ਸੀ, ਇਹ ਲੋਭ ਰੂਪ ਹੈ। ਅਧਰਮ ਪਾਪ ਖਰ ਦੋਖਣ ਆਦਿਕ ਦੈਂਤ ਹਨ। ਅਵਿਦਿਆ ਤੇ ਲਾਜ ਦੇ ਭਿਆਨਕ ਸਮੁੰਦਰ ਵਿੱਚ ਰਾਗ ਤੇ ਦਵੈਖ ਜਲ ਜੰਤੂ ਹਨ। ਮਨ ਰੂਪੀ ਦਸ਼ਰਥ ਰਾਜਾ ਹੈ। ਸ਼ਾਂਤਕੀ ਬ੍ਰਿਤੀ ਕੁਸ਼ਲਿਆ, ਰਾਜਸੀ ਸੁਮਿਤਰਾ, ਤਾਮਸੀ ਕੁਕਈ। ਵਿਵੇਕ ਰੂਪ ਸ੍ਰੀ ਰਾਮਚੰਦਰ, ਵੈਰਾਗ ਰੂਪ ਲਛਮਨ, ਸੀਲ ਰੂਪ ਸੁਭਾ ਸ਼ਤਰੂਕਨ ਤੇ ਨਿਰਛਲ ਸੁਭਾ ਭਰਤ ਜੀ ਹਨ। ਨਿਸ਼ਕਾਮ ਕਰਮ ਰੂਪ ਜਨਕ ਰਾਜਾ, ਬ੍ਰਹਮ ਵਿਦਿਆ ਰੂਪ ਸੀਤਾ ਤੇ ਸੰਤਾਂ ਦਾ ਸੰਗ ਹਨੂਮਾਨ ਹੈ। ਧਰਮ ਸੁਗਰੀਵ, ਸਤ ਅੰਗਦ, ਸੰਤੋਖ ਜਮਾਮੰਤ, ਧੀਰਜ ਨੀਲ ਹੈ। ਜਪ ਤਪ ਸੰਜਮ, ਸਰਵਣ ਮੰਨਣ ਨਿਦਿਆਸਨ, ਕੁਸਮ ਮਯੰਕ, ਸਬਰ ਗਵਾਖ ਕਪ, ਰੀਛ ਸੰਗ ਯਮ ਨੇਮ ਆਸਣ ਪ੍ਰਾਣਾਯਾਮ, ਧਾਰਨਾ ਧਿਆਨ ਸਮਾਧੀ ਇਹ ਵਿਵੇਕ ਰੂਪੀ ਸ੍ਰੀ ਰਾਮਚੰਦਰ ਜੀ ਦੀ ਫੌਜ ਹੈ। ਇਹ ਅਧਿਆਸ ਰੂਪ ਲੰਕਾ ਹੈ। ਕਾਮ ਰੂਪ ਮੇਘਨਾਥ ਵੱਲੋਂ ਮੋਹਨ ਤਾਪਣ ਵਸੀਕਰਨ ਉਦਮਾਦਨ ਉਦਚਾਟ ਆਦਿਕ ਤੀਰ ਛੁੱਟ ਰਹੇ ਹਨ। ਭ੍ਰਾਂਤੀ ਰੂਪ ਨਾਗਫਾਸ ਹੈ। ਵਿਚਾਰ ਰੂਪੀ ਗਰੜ ਹੈ। ਵਿਵੇਕ ਰੂਪੀ ਸ੍ਰੀ ਰਾਮਚੰਦਰ ਜੀ ਬਲੀ ਨੇ ਆਤਮਾ ਚਿੰਤਨ ਰੂਪੀ ਤੀਰ ਜੁਗਤੀਆਂ ਰੂਪੀ ਕਮਾਨ ਵਿੱਚੋਂ ਚਲਾ ਚਲਾ ਕੇ ਦਸੋ ਦਿਸ਼ਾ ਰੂਪੀ 10 ਸੀਸ ਵਾਲੇ ਮੋਹ ਰੂਪੀ ਰਾਵਣ ਨੂੰ ਮਾਰਨ ਕਰਕੇ ਉਹਨਾਂ ਦੀ ਦੋਹੀ ਫਿਰ ਰਹੀ ਹੈ। ਬ੍ਰਹਮ ਵਿਦਿਆ ਅਥਵਾ ਸ਼ਾਂਤੀ ਰੂਪੀ ਸੀਤਾ ਨੂੰ ਲੈ ਕੇ ਤੁਰਿਆ ਅਵਸਥਾ ਰੂਪ ਅਯੋਧਿਆ ਵਿੱਚ ਸਰੂਪ ਰੂਪੀ ਤਖਤ ਤੇ ਬਿਰਾਜਮਾਨ ਹੋਣਾ ਹੈ। 27ਵੇਂ ਰੋਗ ਦਾਰੂ ਦੋਵੇਂ ਬੁਝੈ ਤਾ ਵੈਦ ਸੁਜਾਨ। ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਪਰਾਏ ਦੇ ਗੁਣ ਪਰਾਇਆ ਧਨ ਦੂਜੇ ਦੀ ਉਸਤਤ ਨਾ ਸਹਾਰਨੀ ਇਹ ਬੁਖਾਰ ਚੜਿਆ ਹੈ। ਸਭ ਨਾਲ ਮਿੱਤਰਤਾ ਕਰਨੀ ਇਹ ਦੁਆਈ ਹੈ। ਆਪ ਦੇ ਗੁਣ ਆਪ ਦਾ ਧਨ ਆਪ ਦੇ ਜਸ ਦਾ ਵਿਸਥਾਰ ਤੇ ਮਾਣ ਕਰਨਾ ਇਹ ਅਜੀਰਣ ਦਾ ਰੋਗ ਹੈ। ਸਭ ਪਦਾਰਥ ਵਡਿਆਈ ਵਾਹਿਗੁਰੂ ਦੀ ਬਖਸ਼ਿਸ਼ ਜਾਣ ਕੇ
ਹਿਰਦੇ ਅੰਦਰ ਗਰੀਬੀ ਧਾਰਨ ਰੂਪ ਚੂਰਨ ਖਾਵੇ ਤਾਂ ਇਹ ਰੋਗ ਮਿਟਦਾ ਹੈ। ਹਰੀ ਦੇ ਸਿਮਰਨ ਵਿੱਚ ਰੁਚੀ ਸਹਿਤ ਲਿਵ ਲੱਗਣੀ ਭੁੱਖ ਲੱਗਣੀ ਹੈ। ਵਿਸ਼ਿਆਂ ਦੀ ਵਾਸ਼ਨਾ ਤੇ ਤ੍ਰਿਸ਼ਨਾ ਇਹ ਖਾਂਸੀ ਹੈ, ਸਦਾ ਵੱਧਦੀ ਜਾਂਦੀ ਹੈ, ਘਟਦੀ ਨਹੀਂ। ਸਭ ਪਦਾਰਥਾਂ ਨੂੰ ਮਿਥਿਆ ਜਾਣਨ ਰੂਪੀ ਚਟਣੀ ਖਾਵੇ। ਕਾਮ ਕ੍ਰੋਧ ਮੋਹ ਤ੍ਰਿਦੋਖ ਹੈ ਭਾਵ ਵਾਏ। ਪਿੱਤ ਕਫ ਜਿਸ ਨੇ ਸਭ ਜੀਵਾਂ ਦੀ ਬੁੱਧੀ ਸੁਕਾ ਦਿੱਤੀ ਹੈ। ਗੁਰਾਂ ਦੇ ਬਚਨ ਤਾਂਬੇ ਦੀ ਪੁੜੀ ਹਨ। ਜੋ ਇਸ ਦਾ ਸੇਵਨ ਕਰਦਾ ਹੈ, ਭਾਵ ਧਾਰਨ ਕਰਦਾ ਹੈ, ਉਸ ਦਾ ਇਹ ਰੋਗ ਮਿਟ ਜਾਂਦਾ ਹੈ। ਜੋ ਪਰਾਈ ਨਿੰਦਾ ਹੈ, ਇਹ ਉਲਟੀ ਆਉਣੀ ਹੈ, ਸ਼ੇਰ ਬੁਕਣਾ ਹੈ। ਸੋ ਆਪਣੇ ਆਪ ਨੂੰ ਮੰਦਾ ਜਾਣੋ। ਸਭ ਤੇ ਜਾਣੈ ਆਪਸ ਕੋ ਮੰਦਾ, ਤਾਂ ਇਹ ਬਿਮਾਰੀ ਹਟਦੀ ਹੈ। ਐਸੇ ਰੋਗਾਂ ਵਿੱਚ ਮਨ ਗ੍ਰਸਤ ਹੈ। ਅਗਲਾ ਅਲੰਕਾਰ ਹੈ ਭਗਤੀ ਰੂਪੀ ਨਦੀ ਦਾ ਅਲੰਕਾਰ। ਮਰਨ ਜੀਵਨ ਕੀ ਚਿੰਤਾ ਗਈ, ਇਹੋ ਜਿਹੜਾ ਹਰ ਪ੍ਰਭ ਵਸ। ਇਹ ਜੀਵ ਜਦੋਂ ਪਰਮੇਸ਼ਰ ਦੇ ਸਰੂਪ ਵਿੱਚ ਮਿਲ ਜਾਂਦਾ ਹੈ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਤਦੋਂ ਜੰਮਣ ਮਰਨ ਦੀ ਚਿੰਤਾ ਮਿਟ ਜਾਂਦੀ ਹੈ। ਭਾਵ 84 ਦੇ ਗੇੜੇ ਤੋਂ ਛੁੱਟ ਜਾਂਦਾ ਹੈ। ਵਾਹ! ਸਾਧ ਸੰਗਤ ਮਹਿਲ ਵਿੱਚ ਜੋ ਜੀਵ ਵਸਦਾ ਹੈ, ਕੀਰਤਨ ਕਥਾ ਗੁਰਬਾਣੀ ਸੁਣਦਾ ਹੈ, ਮਨ ਨੂੰ ਇਕਾਗਰ ਕਰਕੇ ਪੱਖਾ ਫੇਰਨਾ, ਝਾੜੂ ਕਰਨਾ, ਦੀਵਾਨ ਦੀਆਂ ਦਰੀਆਂ ਝਾੜਨੀਆਂ, ਪਾਣੀ ਢੋਣਾ, ਲੰਗਰ ਦੇ ਜੂਠੇ ਬਰਤਨ ਮਾਂਜਣੇ ਆਦਿ ਸੇਵਾ ਕਰਨੀ ਹੈ। ਤੇ ਜੋ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਦਾ ਹੀ ਪਾਪਾਂ ਤੋਂ ਡਰਦਾ ਹੈ, ਵਾ ਸੂਖਮ ਤੋਂ ਸੂਖਮ ਪਾਪ ਤੋਂ ਵੀ ਡਰਦਾ ਹੈ। ਯਥਾ ਨਰ ਅਚੇਤ ਪਾਪ ਤੇ ਡਰ ਰਹੇ, ਉਹ ਜਨਮ ਮਰਨ ਵਿੱਚ ਨਹੀਂ ਆਉਂਦਾ। ਸਤਿਗੁਰੂ ਜੀ ਪਰਮੇਸ਼ਰ ਦੇ ਸਰੂਪ ਸਾਧ ਸੰਗਤ ਵਿੱਚ ਵਸਣ ਦੀ ਜਾਚ ਦੱਸਦੇ ਹਨ। ਭਗਤੀ ਰੂਪ ਨਦੀ ਹੈ ਜੋ ਵੱਖ-ਵੱਖ ਇਲਾਕਿਆਂ ਵਿੱਚ ਵਗਦੀ ਰਹਿੰਦੀ ਹੈ। ਜਿਸ ਇਲਾਕੇ ਵਿੱਚ ਵਗੇ, ਉੱਥੋਂ ਦੇ ਲੋਕ ਪਾਣੀ ਤੋਂ ਲਾਭ ਪ੍ਰਾਪਤ ਕਰਦੇ ਹਨ। ਪਰ ਸਤਿਗੁਰੂ ਜੀ ਨੇ ਤਾਂ ਭਗਤੀ ਰੂਪ ਨਦੀ ਨੂੰ ਸਾਰੇ ਇਲਾਕਿਆਂ, ਹਿੰਦੁਸਤਾਨ ਵਿੱਚ 7 ਦੀਪਾਂ ਵਿੱਚ, ਲੱਖਾਂ ਪਤਾਲਾਂ ਵਿੱਚ, ਆਕਾਸ਼ਾਂ ਦੀ ਸੰਗਤ ਨੂੰ ਦਰਸ਼ ਦਿਖਾਏ ਅਤੇ ਹਰ ਥਾਂ ਚਲਾ ਦਿੱਤੀ। ਇਸ ਨਦੀ ਦੇ ਵਗਣ ਵਾਲਾ ਨੀਵਾਂ ਥਾਂ ਨਿਮਰਤਾ ਵਾਲਾ ਮਨ ਹੈ। ਭਾਵ ਇਹ ਹੈ ਕਿ ਨੀਵੇਂ ਮਨ ਵਿੱਚ ਭਗਤੀ ਪ੍ਰਵੇਸ਼ ਹੁੰਦੀ ਹੈ। ਸਤਿਗੁਰੂ ਜੀ ਦਾ ਕੀਰਤਨ ਅੰਮ੍ਰਿਤ ਜਲ ਹੈ। ਨਾਮ ਦੀ ਮਹਿਮਾ ਜਲ ਦੀਆਂ ਲਹਿਰਾਂ ਹਨ ਜੋ ਸਤ ਸੰਗਤ ਰੂਪ ਸੋਮੇ ਵਿੱਚੋਂ ਇਹ ਨਦੀ ਨਿਕਲਦੀ ਹੈ। ਭਰਮ ਅਤੇ ਅਗਿਆਨ ਰੂਪ ਦੋਹਾਂ ਕਿਨਾਰਿਆਂ ਨੂੰ ਢਾਉਣ ਨੂੰ ਸਮਰੱਥ ਹੈ। ਪਾਪਾਂ ਰੂਪ ਬ੍ਰਿਛਾਂ ਨੂੰ ਜੜੋਂ ਪੁੱਟ ਦਿੰਦੀ ਹੈ, ਅਰਥਾਤ ਪਾਪਾਂ ਦੀਆਂ ਵਾਸ਼ਨਾ ਦੂਰ ਕਰ ਦਿੰਦੀ ਹੈ। ਸਤਿਗੁਰੂ ਜੀ ਦੇ ਸਿੱਖ ਜਲ ਦੇ ਜੀਵਾਂ ਵਾਂਗ ਆਪਣਾ ਜੀਵਨ ਸਮਝਦੇ ਹਨ। ਭਾਵ ਭਗਤੀ ਆਸਰੇ ਹੀ ਸਦਾ ਰਹਿੰਦੇ ਹਨ। ਜੈਸੇ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸ਼ਰਾਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਦ ਕਰੋ ਚਰਨ ਹਿਰਦੈ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿਗੀ ਲਈ ਜੀ ਸਟੈ। ਇਸ ਨਦੀ ਦਾ ਪ੍ਰੇਮ ਨਾਲ ਸਵਾਸ ਸਵਾਸ ਸਿਮਰਨ ਹੀ ਪ੍ਰਵਾਹ ਹੈ। ਮਾਇਆ ਦੀ ਇੱਛਾ ਰੂਪ ਜਾਲੇ ਤੋਂ ਰਹਿਤ ਹੈ।
ਸਤਿਗੁਰਾਂ ਦੇ ਚਰਨ ਕਮਲਾਂ ਦਾ ਜੋ ਧਿਆਨ ਧਰਨਾ ਹੈ ਉਹ ਇਸ ਨਦੀ ਵਿੱਚ ਠੰਡ ਹੈ। ਇਹ ਭਗਤੀ ਰੂਪ ਨਦੀ ਵਾਹਿਗੁਰੂ ਰੂਪ ਸਮੁੰਦਰ ਵਿੱਚ ਸਮਾਉਂਦੀ ਹੈ। ਵਾਹਿਗੁਰੂ ਦੇ ਭਗਤ ਜਨ ਇਸ ਪ੍ਰੇਮਾ ਭਗਤੀ ਦੇ ਪ੍ਰਵਾਹ ਵਿੱਚ ਪੈ ਕੇ ਵਾਹਿਗੁਰੂ ਵਿੱਚ ਅਭੇਦ ਹੋ ਕੇ ਆਵਾਗਾਉਣ ਤੋਂ ਮੁਕਤ ਹੋ ਜਾਂਦੇ ਹਨ। ਜੋ ਉਸ ਨਦੀ ਤੇ ਪੁੱਜੇ ਹਨ ਉਹਨਾਂ ਨੂੰ ਮੌਤ ਰੂਪੀ ਧੁੱਪ ਦੀ ਤਪਸ਼ ਦਾ ਡਰ ਨਹੀਂ ਹੈ। ਇਹ ਸਭ ਥਾਂ ਪਰਮੇਸ਼ਰ ਦੀ ਜੋਤ ਵੇਖਦੇ ਹਨ। ਯਥਾ ਇਸ ਭਗਤੀ ਕਾ ਕੋਈ ਜਾਣੈ ਭਿਓ, ਸਭ ਮੇਰਾ ਪ੍ਰਭ ਆਤਮ ਦੇਓ। ਸੋ ਅਗਲਾ ਪ੍ਰਸੰਗ ਹੈ ਆਸਾ ਰੂਪੀ ਨਦੀ ਦਾ ਅਲੰਕਾਰ। ਇੱਕ ਪੁਰਸ਼ ਕੋਲ ਮਣੀ ਸੀ। ਉਹ ਨਦੀ ਤੇ ਪਾਣੀ ਪੀਣ ਲੱਗਾ ਤੇ ਜੇਬ ਵਿੱਚੋਂ ਮਣੀ ਡਿੱਗ ਪਈ। ਕੋਸ਼ਿਸ਼ ਕਰਨ ਤੇ ਵੀ ਨਾ ਲੱਭੀ ਤਾਂ ਉਹ ਬੜਾ ਦੁਖੀ ਹੋਇਆ। ਇੱਕ ਸਿਆਣੇ ਪੁਰਸ਼ ਨੇ ਲੱਭ ਕੇ ਦੇ ਦਿੱਤੀ, ਪਰ ਉਹ ਪੁਰਸ਼ ਆਖਣ ਲੱਗਾ ਕਿ ਇਹ ਮੇਰੀ ਨਹੀਂ, ਉਹ ਤਾਂ ਚਮਕਦੀ ਤੇ ਲਿਸ਼ਕਦੀ ਸੀ। ਸਿਆਣੇ ਪੁਰਸ਼ ਨੇ ਕਿਹਾ ਕਿ ਪੱਥਰ ਨਾਲ ਘਸਾ। ਜਦ ਪੱਥਰ ਨਾਲ ਘਸਾਈ ਤਾਂ ਥੋੜੀ ਜਿਹੀ ਚਮਕੀ, ਹੋਰ ਘਸਾਉਣ ਤੇ ਹੌਲੀ ਹੌਲੀ ਸਾਰੀ ਚਮਕ ਪਈ, ਕਿਉਂਕਿ ਘਸਾਣ ਨਾਲ ਉਸ ਉੱਤੋਂ ਸਾਰੀ ਮੈਲ ਤੇ ਜਾਲਾ ਉਤਰ ਗਿਆ। ਇਸੇ ਪ੍ਰਕਾਰ ਸੰਸਾਰ ਵਿੱਚ ਆਸਾ ਰੂਪ ਨਦੀ ਹੈ। ਇਸ ਦੇ ਸ਼ੁਭ ਤੇ ਅਸ਼ੁਭ ਦੋ ਕਿਨਾਰੇ ਹਨ। ਮਨ ਦੇ ਮਨੋਰਥ ਵਾ ਪਦਾਰਥਾਂ ਰੂਪ ਪਾਣੀ ਹੈ। ਭਰਮ ਰੂਪ ਡੂੰਘੀਆਂ ਘੁੰਮਣ ਘੇਰੀਆਂ ਹਨ। ਰਾਗ ਦਵੈਖ ਜਲ ਜੰਤੂ ਹਨ। ਉਸ ਵਿੱਚ ਮਨ ਰੂਪ ਮਣੀ ਹਿਰਦੇ ਰੂਪ ਜੇਬ ਵਿੱਚੋਂ ਡਿੱਗ ਪਈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ। ਵਾਸ਼ਨਾ ਰੂਪ ਮੈਲ ਹੈ। ਜਦੋਂ ਸਤਿਗੁਰੂ ਜੀ ਮਿਲੇ ਤਾਂ ਨਾਮ ਰੂਪ ਪਹਾੜ ਨਾਲ ਅਭਿਆਸ ਕਰਨ ਰੂਪ ਘਸਾ ਕੇ ਵਿਸ਼ੇ ਵਾਸ਼ਨਾ ਵਾ ਪਾਪਾਂ ਦੀ ਮੈਲ ਲਾ ਕੇ ਅੰਦਰੋਂ ਹੀ ਜੋਤੀ ਸਰੂਪ ਬ੍ਰਹਮ ਪ੍ਰਗਟ ਕਰ ਦਿੱਤਾ। ਯਥਾ ਹਿਰਦਾ ਕਮਲ ਮਹਿ ਹਰਿ ਕਾ ਵਾਸ। ਅਗਲਾ ਅਲੰਕਾਰ ਹੈ ਤਲਵਾਰ ਦਾ ਅਲੰਕਾਰ। ਭਗਤੀ ਰੂਪ ਤਲਵਾਰ ਹੈ। ਵਾਹਿਗੁਰੂ ਦੇ ਹੁਕਮ ਰੂਪੀ ਮਿਆਨ ਵਿੱਚ ਰੱਖੀ। ਗਿਆਨ ਰੂਪੀ ਸਾਨ ਤੇ ਤਿੱਖੀ ਕੀਤੀ ਹੈ। ਪ੍ਰੇਮ ਰੂਪੀ ਮੁੱਠੇ ਨਾਲ ਜੜੀ ਹੈ। ਦ੍ਰਿੜ ਵੈਰਾਗ ਰੂਪੀ ਇਸ ਦਾ ਆਕਾਰ ਘੜਿਆ ਹੈ। ਜੋ ਵੀ ਸੂਰਮਾ ਇਸ ਦੇ ਸਾਹਮਣੇ ਆਵੇਗਾ ਉਸ ਦਾ ਅਗਿਆਨ ਰੂਪੀ ਅੰਗ ਕੱਟਿਆ ਜਾਵੇਗਾ। ਬਾਹਰਲੇ ਸੂਰਮੇ ਤਾਈਂ ਤਾਂ ਸਵਰਗ ਦਾ ਸੁਖ ਮਿਲਦਾ ਹੈ, ਪਰ ਇਸ ਸੂਰਮੇ ਤਾਈਂ ਸਰੂਪ ਦੀ ਲਖਤਾ ਹੋ ਜਾਂਦੀ ਹੈ। ਜੈਸੇ ਬਾਹਰ ਪ੍ਰਾਣੀ ਜਮਾਂ ਤੋਂ ਪੈ ਖਾਂਦੇ ਹਨ, ਤੈਸੇ ਹੀ ਵਿਕਾਰੀ ਪੁਰਖ ਇਸ ਤਲਵਾਰ ਤੋਂ ਭੈ ਕਰਦੇ ਹਨ। ਬੇਮੁਖ ਹੋ ਗਏ, ਧੀਰਜ ਨਹੀਂ ਧਾਰਦੇ। ਉਹਨਾਂ ਦੇ ਲੋਕ ਪਰਲੋਕ ਵਿਗੜ ਗਏ। ਮਨੁੱਖਾ ਜਨਮ ਰੂਪ ਰਾਣ ਭੂਮ ਚੋਂ ਪਿੱਛੇ ਨੂੰ ਜੋ ਹਟੇ। ਸੋ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਪ੍ਰਸੰਗ ਇੱਥੇ ਹੀ ਖਤਮ, ਜੋ 30 ਦੇ ਲਗਭਗ ਸਨ। ਕੱਲ ਦਾ ਪ੍ਰਸੰਗ ਹੈ ਜਥੇ ਦਾ ਪ੍ਰੋਗਰਾਮ, ਜੋ ਆਪਾਂ ਕੱਲ ਨੂੰ ਵਿਚਾਰ ਕਰਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नहीं मोसे गरीब, नहीं मोसे गरीब करो